ਸਤਿ ਸ਼੍ਰੀ ਅਕਾਲ ਦੋਸਤੋ। ਲਵ 23 ਲੈਂਡ ਦਿਲ ਸੇ ਬਾਈ ਨੀਲੂ ਨੂੰ ਪਿਆਰ ਦੇਣ ਦੇ ਲਈ ਤਹਿ ਦਿਲੋਂ ਸ਼ੁਕਰੀਆ। ਮੈਂ ਹਾਂ ਨੀਲੂ ਸ਼ਰਮਾ। ਜਿਸ ਤਰ੍ਹਾਂ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦੇ ਰਹੇ ਹੋ, ਉਸ ਨਾਲ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਹੈ ਕਿ ਮੈਂ ਹੋਰ ਵੀ ਵਧੀਆ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂ। ਇਹ ਸਿਰਫ ਕਹਾਣੀਆਂ ਹੀ ਨਹੀਂ, ਬਲਕਿ ਮੇਰੀ ਜ਼ਿੰਦਗੀ ਦੇ ਵਿੱਚ ਆਏ ਕੁਝ ਲੋਕਾਂ ਦੀ ਹੱਡਬੀਤੀ ਵੀ ਹੈ, ਜਿਸ ਨੂੰ ਮੈਂ ਸ਼ਬਦਾਂ ਦੇ ਵਿੱਚ ਪਿਰੋਣ ਦੀ ਕੋਸ਼ਿਸ਼ ਕਰਦੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਡੇ ਸਾਹਮਣੇ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਤਸਵੀਰ ਪੇਸ਼ ਕਰਾਂ ਤਾਂ ਜੋ ਸਾਨੂੰ ਸਹੀ ਤੇ ਚੰਗੀ ਸੇਧ ਮਿਲ ਸਕੇ। ਤੇ ਅੱਜ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ। ਬਚਪਨ ਦੇ ਦਿਨਾਂ ਦੀਆਂ ਯਾਦਾਂ, ਕਾਸ਼ ਕਿ ਉਹ ਦਿਨ ਵਾਪਸ ਆ ਜਾਣ। ਕੋਈ ਫਿਕਰ ਨਹੀਂ, ਕੋਈ ਭੱਜ ਦੌੜ ਨਹੀਂ, ਕਿਸੇ ਨਾਲ ਕੋਈ ਗੁੱਸਾ ਨਹੀਂ, ਕਿਸੇ ਨਾਲ ਕੋਈ ਮਤਲਬ ਵੀ ਨਹੀਂ। ਜੇ ਅੱਜ ਰੱਬ ਕੋਲੋਂ ਕੁਝ ਮੰਗੀਏ ਤਾਂ ਸਾਨੂੰ ਇੱਕ ਵਾਰ ਆਪਣੇ ਬਚਪਨ ਦੇ ਵਿੱਚ ਜਾਣ ਦਾ ਮੌਕਾ ਮਿਲੇ, ਜੀ ਭਰ ਕੇ ਜੀਏ, ਸਭ ਨਾਲ ਪਿਆਰ ਨਾਲ ਰਹੀਏ। ਬਚਪਨ ਦੀਆਂ ਯਾਦਾਂ 'ਚੋਂ ਇੱਕ ਯਾਦ ਪਿਆਰ ਵਾਲੀ ਵੀ ਹੈ। ਉਸ ਕਹਾਣੀ ਨੇ ਮੈਨੂੰ ਜੀਣਾ ਸਿਖਾਇਆ। ਚਲੋ ਸ਼ੁਰੂ ਕਰਦੇ ਹਾਂ ਬਚਪਨ ਦਾ ਉਹ ਸਫ਼ਰ। ਮੇਰਾ ਨਾਮ ਸ਼ੇਖਰ ਹੈ। ਕਹਾਣੀ ਜੈਪੁਰ ਤੋਂ ਸ਼ੁਰੂ ਹੁੰਦੀ ਹੈ। ਮੈਂ ਉਸ ਵੇਲੇ 7ਵੀਂ ਕਲਾਸ ਦੇ ਵਿੱਚ ਸੀ ਜਦੋਂ ਮੇਰੇ ਪਿਤਾ ਜੀ ਦੀ ਟ੍ਰਾਂਸਫਰ ਹੋਈ। ਸਾਡੇ ਲਈ ਉਹ ਥਾਂ ਬਿਲਕੁਲ ਨਵੀਂ ਸੀ, ਕੋਈ ਨਹੀਂ ਸੀ ਜਾਣਦਾ। ਉੱਥੋਂ ਦਾ ਕਲਚਰ ਵੀ ਸਾਡੇ ਲਈ ਨਵਾਂ। ਨਵੇਂ ਸਕੂਲ ਦੇ ਵਿੱਚ ਮੇਰੀ ਐਡਮਿਸ਼ਨ ਹੁੰਦੀ ਹੈ। ਕੁਝ ਠੀਕ ਨਹੀਂ ਲੱਗ ਰਿਹਾ ਸੀ ਮੈਨੂੰ, ਸਭ ਕੁਝ ਬੇਗਾਨਾ, ਓਪਰਾ ਕਿਉਂਕਿ ਪਾਪਾ ਦੀ ਟ੍ਰਾਂਸਫਰ ਤੋਂ ਬਾਅਦ ਅਕਸਰ ਨਵੇਂ ਸ਼ਹਿਰ ਦੇ ਵਿੱਚ ਸ਼ਿਫਟ ਕਰਨਾ, ਨਵੇਂ ਲੋਕਾਂ ਨੂੰ ਮਿਲਣਾ, ਫਿਰ ਹਰ ਕਿਸੇ ਦੇ ਨਾਲ ਐਡਜਸਟ ਕਰਨਾ। ਪਰ ਖੈਰ, ਰਹਿਣਾ ਤਾਂ ਪੈਣਾ ਹੀ ਸੀ। ਆਪਣੇ ਸਕੂਲ ਦੇ ਸਮੇਂ ਮੇਰੀ ਮੁਲਾਕਾਤ ਆਕ੍ਰਿਤੀ ਨਾਲ ਹੁੰਦੀ ਹੈ। ਮੇਰੀ ਹੀ ਕਲਾਸ ਦੇ ਵਿੱਚ ਸੀ, ਪਰ ਚੁੱਪਚਾਪ, ਸ਼ਾਂਤ। ਮੈਂ ਦੇਖਦਾ ਸੀ ਉਸ ਨੂੰ। ਕਹਿੰਦੇ ਨੇ ਨਾ, ਬਚਪਨ ਵਾਲਾ ਪਿਆਰ, ਉਸੇ ਤਰ੍ਹਾਂ ਦਾ ਲੱਗ ਰਿਹਾ ਸੀ ਮੈਨੂੰ। ਪਰ ਸੀ ਤਾਂ ਮੈਂ ਉਸ ਵੇਲੇ ਬਹੁਤ ਛੋਟਾ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ। ਆਕ੍ਰਿਤੀ ਜਿਸ ਪਰਿਵਾਰ ਦੇ ਵਿੱਚੋਂ ਸੀ, ਉੱਥੋਂ ਦੇ ਰਿਵਾਜ ਸਾਡੇ ਪਰਿਵਾਰ ਦੇ ਨਾਲੋਂ ਬਿਲਕੁਲ ਵੱਖ ਸੀ। ਅਸੀਂ ਚੰਗੇ ਦੋਸਤ ਬਣੇ, ਇਕੱਠੇ ਖੇਡਣਾ, ਸਕੂਲ ਦਾ ਹੋਮਵਰਕ ਕਰਨਾ। ਚੰਗਾ ਸਮਾਂ ਨਿਕਲਿਆ ਉਸ ਨਾਲ। ਆਕ੍ਰਿਤੀ ਦੇ ਨਾਲ ਉਸਦੇ ਚਾਚੇ ਦੀ ਕੁੜੀ ਸ਼ਮਾ ਵੀ ਸੀ, ਜੋ ਸਾਡੇ ਨਾਲ ਹੀ ਹੁੰਦੀ ਸੀ, ਪਰ ਮੇਰੀ ਤਵੱਜੋ ਉਸ ਦੇ ਵਿੱਚ ਬਿਲਕੁਲ ਨਹੀਂ ਸੀ। 3 ਸਾਲ ਹੋ ਚੁੱਕੇ ਸਨ ਸਾਨੂੰ ਇਕੱਠੇ ਪੜ੍ਹਦਿਆਂ। 10ਵੀਂ ਦੇ ਪੇਪਰ ਵੀ ਹੋ ਗਏ ਤੇ ਫਿਰ ਛੁੱਟੀਆਂ ਦੇ ਦਿਨ। ਪਰ ਕੋਈ ਟੈਨਸ਼ਨ ਨਹੀਂ, ਕਿਉਂਕਿ ਆਕ੍ਰਿਤੀ ਮੇਰੇ ਗੁਆਂਢ ਦੇ ਵਿੱਚ ਹੀ ਸੀ। ਅਸੀਂ ਉਸ ਵੇਲੇ ਤੱਕ ਬਸ ਚੰਗੇ ਦੋਸਤ ਹੀ ਸੀ। 11ਵੀਂ ਦੇ ਵਿੱਚ ਹੁਣ ਕਾਲਜ ਜਾਣਾ ਸੀ। ਇਹ ਉਹ ਜ਼ਮਾਨਾ ਸੀ ਜਦੋਂ ਮੋਬਾਈਲ ਫੋਨ ਦਾ ਨਾਮੋ ਨਿਸ਼ਾਨ ਨਹੀਂ ਸੀ। ਇਸ ਲਈ ਬਾਰ-ਬਾਰ ਆਪਣੇ ਘਰ ਦੇ ਦਰਵਾਜ਼ੇ 'ਤੇ ਜਾ ਕੇ ਬੈਠ ਕੇ ਪੜ੍ਹਾਈ ਕਰਨਾ ਕਿ ਸ਼ਾਇਦ ਉਹ ਹੁਣੇ ਬਾਹਰ ਆਵੇ। ਮੈਂ ਮਨ ਹੀ ਮਨ ਵਿੱਚ ਉਸ ਨੂੰ ਦਿਲ ਦੇ ਬੈਠਾ ਸੀ। ਬਾਰ-ਬਾਰ ਸਮਾਨ ਲੈਣ ਦੇ ਬਹਾਨੇ ਬਾਜ਼ਾਰ ਵੱਲ ਨੂੰ ਜਾਣਾ। ਕਦੇ ਆਪਣੇ ਘਰ ਦੇ ਦਰਵਾਜ਼ੇ 'ਤੇ ਬੈਠ ਉਸ ਦੀ ਮੰਮੀ ਦੇ ਨਾਲ 2 ਬੋਲ ਸਾਂਝੇ ਕਰ ਆਉਣਾ। ਹਰ ਸਮੇਂ ਬਸ ਉਸ ਨੂੰ ਦੇਖਣ ਦੀ ਤਾਂਘ ਲੱਗੀ ਰਹਿੰਦੀ। ਇੱਕ ਵਾਰ ਦਿਖ ਜਾਵੇ ਤਾਂ ਲੱਗਦਾ ਸੀ ਜਿਵੇਂ ਦਿਨ ਬਣ ਗਿਆ। ਮੈਨੂੰ ਨਹੀਂ ਪਤਾ ਸੀ ਮੇਰੀਆਂ ਇਹਨਾਂ ਗੱਲਾਂ ਨੂੰ ਆਕ੍ਰਿਤੀ ਦੀ ਭੈਣ ਸ਼ਮਾ ਵੀ ਨੋਟਿਸ ਕਰਦੀ ਹੈ। ਉਸਦਾ ਕਹਿਣਾ ਕਿ ਆਕ੍ਰਿਤੀ ਸਿਰਫ ਤੇਰੀ ਦੋਸਤ ਹੈ, ਇਸ ਤੋਂ ਜ਼ਿਆਦਾ ਕੁਝ ਵੀ ਨਹੀਂ। ਉਹ ਸਿਰਫ ਤੇਰੇ ਕੋਲੋਂ ਆਪਣੇ ਮੈਥਸ ਦੇ ਸਮ ਨੂੰ ਸੋਲਵ ਕਰਨ ਆਉਂਦੀ ਹੈ। ਜ਼ਿਆਦਾ ਦੂਰ ਤੱਕ ਸੋਚਣ ਤੋਂ ਪਹਿਲਾਂ ਧਿਆਨ ਰੱਖੀ। ਇਸ ਤੋਂ ਪਹਿਲਾਂ ਕਿ ਮੇਰੇ ਪਾਪਾ ਨਵੇਂ ਕਾਲਜ ਦੇ ਵਿੱਚ ਮੇਰੀ ਐਡਮਿਸ਼ਨ ਕਰਵਾਉਂਦੇ, ਖਬਰ ਆਈ ਕਿ ਪਾਪਾ ਦਾ ਫਿਰ ਤੋਂ ਟ੍ਰਾਂਸਫਰ ਹੋ ਚੁੱਕਾ ਹੈ ਅਹਿਮਦਾਬਾਦ। ਮੈਂ ਉਸ ਦਿਨ ਆਪਣੇ ਪਾਪਾ 'ਤੇ ਗੁੱਸਾ ਹੁੰਦਾ ਕਿ ਤੁਹਾਡੇ ਕਾਰਨ ਸਾਨੂੰ ਹਰ ਵਾਰ ਨਵੀਂ ਥਾਂ 'ਤੇ ਜਾ ਕੇ ਐਡਜਸਟ ਕਰਨਾ ਪੈਂਦਾ ਹੈ। ਬਸ ਜ਼ਿਆਦਾ ਦਿਨ ਨਹੀਂ ਸੀ ਸਾਡੇ ਕੋਲ ਉੱਥੇ ਰਹਿਣ ਦੇ ਲਈ, ਯਾਨੀ ਕਿ ਮੈਂ ਆਪਣੇ ਪਿਆਰ ਤੋਂ ਦੂਰ ਹੋ ਰਿਹਾ ਸੀ। ਆਕ੍ਰਿਤੀ ਤੇ ਸ਼ਮਾ ਦੇ ਨਾਲ ਕੁਝ ਸਮਾਂ ਬਿਤਾ ਉਹਨਾਂ ਨੂੰ ਅਲਵਿਦਾ ਕਹਿ ਦੇਣਾ ਤੇ ਕਹਿੰਦਾ ਕਿ ਜਦ ਨਵਾਂ ਘਰ ਮਿਲ ਗਿਆ ਤਾਂ ਚਿੱਠੀ ਪਾ ਕੇ ਪਤਾ ਦੱਸ ਦੇਵਾਂਗਾ ਤੇ ਅਸੀਂ ਹਮੇਸ਼ਾ ਇੱਕ ਦੂਜੇ ਦੇ ਟੱਚ ਵਿੱਚ ਹੀ ਰਵਾਂਗੇ। ਉਸ ਦਿਨ ਇੱਦਾਂ ਲੱਗ ਰਿਹਾ ਸੀ ਜਿਵੇਂ ਬਹੁਤ ਕੁਝ ਪਿੱਛੇ ਛੱਡ ਗਿਆ ਹੋਵਾਂ। ਅਹਿਮਦਾਬਾਦ ਪਹੁੰਚ ਮੈਂ ਸਭ ਤੋਂ ਪਹਿਲਾਂ ਆਕ੍ਰਿਤੀ ਨੂੰ ਚਿੱਠੀ ਲਿਖਦਾ ਤੇ ਆਪਣੇ ਦਿਲ ਦੀ ਗੱਲ, ਜੋ ਉਸ ਨੂੰ ਕਦੇ ਸਾਹਮਣੇ ਨਹੀਂ ਕਹਿ ਪਾਇਆ ਸੀ, ਉਸ ਨੂੰ ਖੱਤ ਦੇ ਵਿੱਚ ਬਿਆਨ ਕਰ ਦੇਣਾ। ਆਕ੍ਰਿਤੀ ਦਾ ਕਈ ਦਿਨ ਤੱਕ ਉਸ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ। ਪਰ ਦੂਜੇ ਪਾਸੇ ਆਕ੍ਰਿਤੀ ਉਸ ਚਿੱਠੀ ਨੂੰ ਪੜ੍ਹ ਸ਼ਮਾ ਨੂੰ ਦੱਸਦੀ ਹੈ ਤਾਂ ਕਹਿੰਦੀ ਹੈ ਕਿ ਇਹ ਸਮਾਂ ਤਾਂ ਪੜ੍ਹਨ ਦਾ ਹੈ, ਸ਼ੇਖਰ ਤਾਂ ਐਵੇਂ ਹੀ ਦੋਸਤੀ ਨੂੰ ਕੁਝ ਹੋਰ ਹੀ ਨਾਮ ਦੇ ਰਿਹਾ। ਮੈਂ ਉਸਦੇ ਫਾਲਤੂ ਦੇ ਸਵਾਲਾਂ ਦਾ ਜਵਾਬ ਨਹੀਂ ਦੇਣਾ, ਯਾਨੀ ਕਿ ਇਹ ਸੀ ਵਨ ਸਾਈਡਡ ਲਵ ਮੇਰੇ ਵੱਲੋਂ। ਪਰ ਦੂਸਰੇ ਪਾਸਿਓਂ ਦੇ ਖੱਤ ਦੀ ਉਡੀਕ ਕਰਦੇ ਕਰਦੇ ਪੂਰਾ 1 ਮਹੀਨਾ ਹੀ ਨਿਕਲ ਗਿਆ। ਆਕ੍ਰਿਤੀ ਤਾਂ ਉਸ ਖੱਤ ਦਾ ਜਵਾਬ ਹੀ ਨਹੀਂ ਦਿੰਦੀ, ਪਰ ਹਾਂ, ਸ਼ਮਾ ਸ਼ੇਖਰ ਨੂੰ ਪਸੰਦ ਕਰਦੀ ਸੀ। ਇਸ ਲਈ ਸ਼ੇਖਰ ਦੇ ਉਸ ਖੱਤ ਦਾ ਜਵਾਬ ਸ਼ਮਾ ਨੇ ਆਕ੍ਰਿਤੀ ਬਣ ਕੇ ਦੇ ਦਿੱਤਾ ਤੇ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਸ਼ੇਖਰ ਆਕ੍ਰਿਤੀ ਸਮਝ ਸ਼ਮਾ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਰਿਹਾ। ਇਸ ਸਿਲਸਿਲੇ ਨੂੰ ਚੱਲਦਿਆਂ ਇੱਦਾਂ ਹੀ 5 ਸਾਲ ਵੀ ਬੀਤ ਗਏ। ਗੱਲ ਪਿਆਰ ਤੋਂ ਵਿਆਹ ਤੱਕ ਵੀ ਪਹੁੰਚਦੀ ਹੈ। ਅਸੀਂ ਇਹਨਾਂ 5 ਸਾਲਾਂ ਦੇ ਵਕਫੇ ਦੇ ਵਿੱਚ ਇੱਕ ਦੂਜੇ ਨੂੰ ਨਹੀਂ ਮਿਲੇ, ਪਰ ਹਾਂ, ਪਿਆਰ ਦਾ ਰਿਸ਼ਤਾ ਇੰਨਾ ਮਜ਼ਬੂਤ ਸੀ ਕਿ ਸ਼ਾਇਦ ਹੀ ਕੋਈ ਇਸ ਨੂੰ ਤੋੜ ਪਾਵੇ।
ਮੇਰਾ ਪਿਆਰ ਹੁਣ ਆਕ੍ਰਿਤੀ ਨੂੰ ਸਿਰਫ ਪਿਆਰ ਕਰਨ ਤੱਕ ਹੀ ਨਹੀਂ, ਸਗੋਂ ਹਮੇਸ਼ਾ ਉਸ ਦੇ ਕੋਲ ਰਹਿਣ ਦੇ ਲਈ ਉਤਾਵਲਾ ਹੋ ਰਿਹਾ ਸੀ। ਉਸ ਸਮੇਂ ਦੇ ਰੀਤੀ ਰਿਵਾਜ ਵੀ ਅਜਿਹੇ ਸਨ ਕਿ ਜਲਦ ਕਦੇ ਸ਼ਾਇਦ ਮੁਲਾਕਾਤ ਨਾ ਹੋਵੇ। ਦੂਜੇ ਪਾਸੇ ਸ਼ਮਾ ਨੂੰ ਇਹ ਫਿਕਰ ਸੀ ਕਿ ਜਿਸ ਦਿਨ ਸ਼ੇਖਰ ਨੂੰ ਇਸ ਪਿਆਰ ਦੇ ਦੂਜੇ ਪਾਸੇ ਦੀ ਕਹਾਣੀ ਦਾ ਪਤਾ ਚੱਲੇਗਾ, ਸ਼ਾਇਦ ਉਹ ਕਦੇ ਦਿਲੋਂ ਮੈਨੂੰ ਐਕਸੈਪਟ ਨਾ ਕਰੇ। ਇਹ ਸੋਚ ਸ਼ਮਾ ਘਬਰਾਈ ਰਹਿੰਦੀ ਹੈ। ਇੱਕ ਦਿਨ ਸ਼ਮਾ ਆਪਣੀ ਇਹ ਗੱਲ ਆਕ੍ਰਿਤੀ ਨੂੰ ਦੱਸਦੀ ਹੈ ਤੇ ਆਕ੍ਰਿਤੀ ਵੀ ਸੋਚਾਂ 'ਚ ਪੈ ਜਾਂਦੀ ਹੈ, ਕਿਉਂਕਿ ਆਕ੍ਰਿਤੀ ਦਾ ਵਿਆਹ ਤੈਅ ਹੋ ਚੁੱਕਿਆ ਸੀ। ਇਸ ਤੋਂ ਪਹਿਲਾਂ ਕਿ ਸ਼ੇਖਰ ਤੱਕ ਇਹ ਗੱਲ ਪਹੁੰਚੇ, ਸ਼ੇਖਰ ਨੂੰ ਸਭ ਦੱਸਣਾ ਜ਼ਰੂਰੀ ਸੀ। ਇਸ ਲਈ ਸ਼ਮਾ ਤੈਅ ਕਰਦੀ ਹੈ ਕਿ ਹੁਣ ਸਮਾਂ ਆ ਚੁੱਕਾ ਹੈ ਸ਼ੇਖਰ ਨੂੰ ਸੱਚਾਈ ਦੱਸੀ ਜਾਵੇ, ਜਿਸ ਲਈ ਸ਼ੇਖਰ ਨੂੰ ਜੈਪੁਰ ਆਉਣ ਲਈ ਕਹਿੰਦੀ ਹੈ। ਤੇ ਸ਼ੇਖਰ ਤਾਂ ਪਹਿਲਾਂ ਹੀ ਮਿਲਣ ਲਈ ਬੇਤਾਬ ਸੀ। ਜਿਸ ਦਿਨ ਸ਼ੇਖਰ ਦੀ ਮੁਲਾਕਾਤ ਹੋਣੀ ਸੀ, ਉਸ ਦਿਨ ਉਸ ਦੀ ਥਾਂ ਆਕ੍ਰਿਤੀ ਦੀ ਜਗ੍ਹਾ ਸ਼ਮਾ ਨੂੰ ਦੇਖ ਸ਼ੇਖਰ ਡਰ ਜਾਂਦਾ ਹੈ, ਕਿਤੇ ਆਕ੍ਰਿਤੀ ਮੇਰੇ ਕਾਰਨ ਮੁਸੀਬਤ ਦੇ ਵਿੱਚ ਫਸ ਨਾ ਗਈ ਹੋਵੇ। ਪਰ ਜਦ ਸ਼ਮਾ ਆਪਣੇ ਪਿਆਰ ਦਾ ਇਜ਼ਹਾਰ ਸ਼ੇਖਰ ਦੇ ਨਾਲ ਕਰਦੀ ਹੈ ਤਾਂ ਸ਼ੇਖਰ ਉਸ ਗੱਲ ਨੂੰ ਮੰਨਣ ਦੇ ਲਈ ਤਿਆਰ ਨਹੀਂ ਹੁੰਦਾ ਕਿ 5 ਸਾਲ ਜਿਸ ਨਾਲ ਮੈਂ ਦਿਲ ਦੀ ਗੱਲ ਸ਼ੇਅਰ ਕਰਦਾ ਰਿਹਾ, ਅਸਲ ਦੇ ਵਿੱਚ ਉਸ ਨਾਲ ਧੋਖਾ ਕਰ ਰਹੀ ਸੀ। ਸ਼ੇਖਰ ਬਿਨਾਂ ਕੁਝ ਕਹੇ ਉੱਥੋਂ ਚਲਾ ਜਾਂਦਾ ਹੈ। ਸ਼ਮਾ ਉਦਾਸ ਹੋ ਘਰ ਨੂੰ ਮੁੜ ਆਉਂਦੀ ਹੈ। ਕਈ ਦਿਨ ਤੱਕ ਨਾ ਸ਼ੇਖਰ ਦਾ ਤੇ ਨਾ ਹੀ ਸ਼ਮਾ ਉਸ ਨੂੰ ਕੋਈ ਖਤ ਪਾਉਂਦੀ ਹੈ। ਪਰ 1 ਮਹੀਨੇ ਦੇ ਬਾਅਦ ਇੱਕ ਖਤ ਸ਼ਮਾ ਦੇ ਵੱਲੋਂ ਸ਼ੇਖਰ ਨੂੰ ਪਹੁੰਚਦਾ ਹੈ, ਜਿਸ ਵਿੱਚ ਲਿਖਿਆ ਸੀ, ਆਕ੍ਰਿਤੀ ਨੇ ਤਾਂ ਤੈਨੂੰ ਕਦੀ ਚਾਹਿਆ ਹੀ ਨਹੀਂ ਸੀ, ਪਰ ਮੈਂ ਤਾਂ ਪਹਿਲੇ ਦਿਨ ਤੋਂ ਹੀ ਤੈਨੂੰ ਪਿਆਰ ਕੀਤਾ। ਸ਼ੇਖਰ, ਤੂੰ ਸ਼ਾਇਦ ਕਦੇ ਦੇਖਿਆ ਹੀ ਨਹੀਂ। ਤੇਰੇ ਜੈਪੁਰ ਜਾਣ ਤੋਂ ਬਾਅਦ ਕਿਸੇ ਨੂੰ ਫਰਕ ਨਹੀਂ ਪਿਆ, ਪਰ ਉਹ ਫਰਕ ਮੈਨੂੰ ਪਿਆ। ਇਸ ਲਈ ਪੂਰੇ 5 ਸਾਲ ਤੇਰਾ ਇੰਤਜ਼ਾਰ ਕੀਤਾ। ਇੰਨਾ ਰਿਸਕ ਲੈ ਤੈਨੂੰ ਖਤ ਲਿਖੇ, ਪਰ ਤੈਨੂੰ ਸਮਝ ਨਹੀਂ ਆਏਗੀ, ਕਿਉਂਕਿ ਤੂੰ ਉਸ ਚੀਜ਼ ਪਿੱਛੇ ਹੈ ਜਿਹੜੀ ਕਦੇ ਤੇਰੇ ਨਹੀਂ ਸੀ, ਤੇ ਜਿਸਨੇ ਤੇਰੀ ਇੰਨੀ ਉਡੀਕ ਕੀਤੀ ਉਸ ਨੂੰ ਤੂੰ ਮੁੜ ਕੇ ਵੀ ਨਹੀਂ ਦੇਖਿਆ। ਮੇਰੇ ਦੂਰ ਜਾਣ ਤੋਂ ਪਹਿਲਾਂ ਜਵਾਬ ਦੇਣਾ। ਬਸ ਉਸ ਦਿਨ ਤੋਂ ਬਾਅਦ ਮੈਂ ਸੋਚਾਂ 'ਚ ਸੀ, ਜਿਸ ਨੂੰ ਪਿਆਰ ਕਰਦਾ ਉਹ ਹੈ ਨਹੀਂ, ਤੇ ਜੋ ਹੈ ਉਸ ਲਈ ਮੇਰੀ ਫੀਲਿੰਗ ਸੇਮ ਨਹੀਂ। ਇਸ ਤਰ੍ਹਾਂ ਮੈਂ ਸ਼ਮਾ ਤੋਂ ਆਪਣੇ ਪੈਰ ਪਿੱਛੇ ਕਰ ਲੈਂਦਾ। ਠੀਕ 2 ਸਾਲ ਬਾਅਦ ਅਹਿਮਦਾਬਾਦ ਦੇ ਵਿੱਚ ਮੇਰਾ ਮਿਲਣਾ ਆਕ੍ਰਿਤੀ ਦੇ ਨਾਲ ਹੁੰਦਾ ਹੈ। ਉਹ ਵੀ ਨਵੇਂ ਰੂਪ ਦੇ ਵਿੱਚ। ਉਸ ਦਾ ਵਿਆਹ ਹੋ ਚੁੱਕਾ ਸੀ। ਕਿਸੇ ਕੰਮ ਦੇ ਲਈ ਉਹ ਆਪਣੇ ਪਤੀ ਦੇ ਨਾਲ ਉੱਥੇ ਆਈ ਸੀ। ਮੈਂ ਝਿਜਕਦਾ ਹੋਇਆ ਉਸ ਕੋਲੋਂ ਸ਼ਮਾ ਦੇ ਬਾਰੇ ਪੁੱਛਦਾ ਤਾਂ ਉਸ ਦਾ ਕਹਿਣਾ ਸੀ ਕਿ ਉਹ ਅੱਜ ਵੀ ਉਸ ਦਾ ਹੀ ਇੰਤਜ਼ਾਰ ਕਰ ਰਹੀ ਹੈ। ਉਸਨੇ ਵਿਆਹ ਨਹੀਂ ਕਰਵਾਇਆ। ਉਸਨੇ ਸ਼ਾਇਦ ਮੈਂ ਬਣ ਤੇਰੇ ਨਾਲ ਗੱਲਬਾਤ ਜ਼ਰੂਰ ਕੀਤੀ, ਪਰ ਉਹ ਅੱਜ ਵੀ ਤੇਰੇ ਹੀ ਇੰਤਜ਼ਾਰ ਦੇ ਵਿੱਚ ਹੈ। ਇਹ ਕਹਿ ਕੇ ਆਕ੍ਰਿਤੀ ਉੱਥੋਂ ਤਾਂ ਚਲੀ ਜਾਂਦੀ ਹੈ ਤੇ ਫਿਰ ਮੈਂ ਇੱਕ ਵਾਰ ਸੋਚਣ ਦੇ ਲਈ ਮਜਬੂਰ ਹੋ ਜਾਣਾ, ਗਲਤੀ ਮੇਰੀ ਜਾਂ ਸਮੇਂ ਦੀ। ਜਿਸ ਨਾਲ ਰਹਿਣਾ ਸੀ ਉਹ ਤਾਂ ਚਾਹੁੰਦੀ ਨਹੀਂ, ਤੇ ਜਿਸ ਨਾਲ ਮੈਂ 5 ਸਾਲ ਰਿਹਾ ਉਹ ਮੇਰੀ ਪਸੰਦ ਨਹੀਂ। ਇੱਕ ਦਿਨ ਸ਼ਮਾ ਦੀ ਚਿੱਠੀ ਮੇਰੇ ਤੱਕ ਪਹੁੰਚਦੀ ਹੈ, ਜਿਸ ਵਿੱਚ ਲਿਖਿਆ ਸੀ ਕਿ ਅੱਜ ਪੂਰੇ 7 ਸਾਲ ਹੋ ਚੁੱਕੇ ਨੇ ਤੇਰੇ ਨਾਲ ਗੱਲ ਕਰਦੇ। ਹੁਣ ਜ਼ਿਆਦਾ ਸਮਾਂ ਮੈਂ ਆਪਣੇ ਘਰਦਿਆਂ ਨੂੰ ਰੋਕ ਨਹੀਂ ਪਾਵਾਂਗੀ, ਤੇ ਹੁਣ ਤੱਕ ਜਿਹੜੀ ਮੇਰੇ ਕੋਲ ਹੋਈ ਗਲਤੀ ਉਸ ਨੂੰ ਮਾਫ ਕਰੀ। ਇਸ ਤੋਂ ਪਹਿਲਾਂ ਕਿ ਸ਼ਮਾ ਹਮੇਸ਼ਾ ਦੇ ਲਈ ਜ਼ਿੰਦਗੀ 'ਚ ਚਲੀ ਜਾਂਦੀ, ਮੈਂ ਬਿਨਾਂ ਦੱਸੇ ਪਹੁੰਚ ਜਾਂਦਾ ਉਸ ਦੇ ਕੋਲ, ਤੇ ਬਸ ਫਿਰ ਸ਼ੁਰੂ ਹੁੰਦੀ ਹੈ ਸਾਡੇ ਜ਼ਿੰਦਗੀ ਦੇ ਸਫ਼ਰ ਦੀ ਪਿਆਰ ਵਾਲੀ ਅਸਲ ਕਹਾਣੀ। ਹੁਣ ਮੈਂ ਤੇ ਸ਼ਮਾ ਅਸਲ ਜ਼ਿੰਦਗੀ ਦੇ ਵਿੱਚ ਪਤੀ ਪਤਨੀ ਹਾਂ। ਜ਼ਿੰਦਗੀ ਬੜੇ ਸਕੂਨ ਦੇ ਨਾਲ ਲੰਘ ਰਹੀ ਹੈ। ਸ਼ਮਾ ਨੇ ਮੈਨੂੰ ਚੰਗੀ ਤਰ੍ਹਾਂ ਸੰਭਾਲ ਲਿਆ। ਜੇਕਰ ਤੁਹਾਡੇ ਪਿਆਰ ਦੀ ਕਹਾਣੀ ਦੇ ਵਿੱਚ ਵੀ ਅਜਿਹਾ ਕੋਈ ਟਵਿਸਟ ਹੋਵੇ ਤਾਂ ਜ਼ਰੂਰ ਸ਼ੇਅਰ ਕਰਨਾ। ਤੇ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਕਹਾਣੀ, ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ। ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਜਿਸ ਨੂੰ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ love23land@gmail.com ਤੇ ਮੇਲ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰੋ, ਤੇ ਹਾਂ, ਰੈਡ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਸੀਂ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਪਾ ਸਕੋ। ਮੇਰੀਆਂ ਕਹਾਣੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਆਪਣੇ ਪਰਿਵਾਰ ਦੋਸਤਾਂ ਦੇ ਨਾਲ ਸ਼ੇਅਰ ਕਰੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਣ ਜਾਓ ਲਵ 23 ਲੈਂਡ ਫੈਮਿਲੀ ਦਾ ਹਿੱਸਾ। ਲਵ 23 ਲੈਂਡ, ਦਿਲ ਸੇ ਬਾय नीलू।